ਇਹ ਪਾਰਕ ਦਾ ਤੁਹਾਨੂੰ ਮੈਂ ਇਤਿਹਾਸ ਦੱਸਦਾ ਜੀ। ਇੱਥੇ ਥਾਂ ਥਾਂ ਤੇ ਪਾਣ ਦੀਆਂ ਪੀਕਾਂ ਵੱਜੀਆਂ ਹੁੰਦੀਆਂ ਸੀ। ਜੋ ਸ਼ਹਿਰ ਦਾ ਜੂਏਬਾਜ਼ ਇੱਥੇ ਜੂਆ ਖੇਡਦਾ ਹੁੰਦਾ ਸੀਗਾ। ਇਹ ਇਤਿਹਾਸ ਹੈ ਇੱਥੋਂ ਦਾ। ਜਿਹੜੀ ਤੁਸੀਂ ਖੂਹ ਦੀ ਗੱਲ ਕਰਦੇ ਹੋ, ਇਸ ਖੂਹ ਦੇ ਵਿੱਚ ਮੈਂ ਟੌਫੀਆਂ ਦੇ ਰੈਪਰਾਂ ਨਾਲ ਭਰਿਆ ਖੂਹ ਦੇਖਿਆ। ਇਹਦੇ ਵਿੱਚ ਮੈਂ ਆਪ ਮੋਟਰ ਲੱਗੀ ਹੋਈ ਦੇਖੀ ਜਿਹੜੀ ਪਾਣੀ ਕੱਢਣ ਵਾਲੀ। ਉਹਨੂੰ ਕੀ ਕਹੋਗੇ ਵੀ ਸ਼ਹੀਦਾਂ ਦਾ ਖੂਨ ਕੱਢਦੇ ਸੀ ਇਹਦੇ ਚੋਂ? ਕੁਛ ਨਹੀਂ ਸੀਗਾ, ਇੱਕ ਖੂਹ ਸੀਗਾ ਤੇ ਇੱਕ ਪਾਰਕ ਸੀਗੀ। ਪਰ ਛੇੜਛਾੜ ਕਿਹਨੂੰ ਮੰਨਦੇ? ਛੇੜਛਾੜ ਮੈਨੂੰ ਤਾਂ ਆਪ ਨਹੀਂ ਸਮਝ ਲੱਗਦੀ। ਛੇੜਛਾੜ ਕੀ, ਇਹ ਖੂਬਸੂਰਤੀ ਅੱਜ ਸੰਗਤ ਇੱਥੇ ਆਈ ਆ। ਗੈਲਰੀਆਂ ਦੇ ਵਿੱਚ ਏਸੀ ਲੱਗ ਗਏ ਨੇ। ਜਿਹੜੀ ਇੱਥੇ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੇ ਗੱਲ ਕਰਦੇ ਛੇੜਛਾੜ ਦੀ, ਛੇੜਛਾੜ ਤੇ ਇਹਦੇ ਨਾਲ ਕੋਈ ਹੋਈ ਨਹੀਂ ਜੀ। ਜੇ ਤੁਸੀਂ ਛੇੜਛਾੜ ਵਾਲੇ ਬਣੇ ਤਾਂ ਹਮੇਸ਼ਾ ਹੀ ਛੇੜਛਾੜ ਹੋਈ ਇਹਦੇ ਨਾਲ। ਕਹਿੰਦੇ ਕਿਥੇ ਜੋਤ ਜਗਦੀ ਸੀ, ਜੋਤ ਦੀ ਜਗ੍ਹਾ ਵੀ ਹਟਾ ਕੇ ਪਿੱਛੇ ਕਰ ਦਿੱਤੀ ਗਈ। ਉਹਦੇ ਥੱਲੇ ਇੰਡੀਅਨ ਆਇਲ ਲਿਖ ਦਿੱਤਾ ਗਿਆ। ਮਸ਼ਹੂਰੀ ਕਰ ਦਿੱਤੀ ਗਈ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੀ। ਸ਼ਹੀਦੀ ਖੂਹ ਸੀ ਜਿਹੜਾ, ਜਿੱਥੇ ਕਿਤੇ ਛਾਲਾਂ ਵੱਜੀਆਂ ਹੋਣਗੀਆਂ ਜਾਨ ਬਚਾਉਣ ਲਈ, ਉੱਥੇ ਲਹੂ ਦੇ ਨਿਸ਼ਾਨ ਵੀ ਹੋਣਗੇ, ਮਾਸ ਦੇ ਵੀ ਨਾਲ ਜੁੜੇ ਹੋਣਗੇ, ਗੋਲੀਆਂ ਵੱਜੀਆਂ। ਉਹ ਵੀ ਸਾਰਾ ਕੁਝ ਮਿਟਾ ਕੇ ਉਹਨੂੰ ਪਲਸਤਰ ਕਰ ਦਿੱਤਾ ਗਿਆ ਕਿ ਵੇਖਣ ਦੇ ਵਿੱਚ ਪਤਾ ਨਾ ਲੱਗੇ ਇੱਥੇ ਵਾਪਰਿਆ ਕੀ ਸੀ। ਸ਼੍ਰੀ ਰਾਹੁਲ ਗਾਂਧੀ ਪੱਪੂ ਜੀ ਨੇ ਇਹਦੇ ਤੇ ਟਵੀਟ ਕੀਤਾ ਸੀ ਸਭ ਤੋਂ ਪਹਿਲਾਂ ਕਿ ਜੱਲਿਆਂਵਾਲੇ ਬਾਗ ਨਾਲ ਦੇਸ਼ ਦੀ ਸਰਕਾਰ ਨੇ ਛੇੜਛਾੜ ਕਰ ਦਿੱਤੀ ਗਈ ਹੈ। ਇਹ ਬੁੱਤ ਜਿਹੜੇ ਤੁਸੀਂ ਆਉਂਦਿਆਂ ਕਹਿੰਦੇ ਜੀ ਇੱਥੇ ਬੁੱਤ ਲੱਗਣੇ ਚਾਹੀਦੇ ਸੀ। ਰਾਜੀਵ ਗਾਂਧੀ ਜੀ ਦਾ, ਇੰਦਰਾ ਗਾਂਧੀ ਜੀ ਦਾ, ਜਵਾਹਰ ਲਾਲ ਨਹਿਰੂ ਜੀ ਦਾ, ਰਾਹੁਲ ਗਾਂਧੀ ਦਾ ਵੀ ਲਾ ਦਿੰਦੇ ਭਾਵੇਂ ਵਿੱਚ। ਫਿਰ ਉਹਨਾਂ ਨੇ ਕਹਿਣਾ ਜੀ ਬਹੁਤ ਵਧੀਆ ਹੋ ਗਿਆ। ਬਾਹਰ ਇੱਕ ਲਾ ਦਿੱਤੇ ਗਏ ਨੇ, ਕਾਊਂਟਰ ਬਣਾ ਦਿੱਤੇ ਗਏ ਕਿ ਜਦੋਂ ਆਪਾਂ ਫਿਰ ਆਵਾਂਗੇ ਤੇ ਪੈਸੇ ਦੇ ਕੇ ਅੰਦਰ ਦਾਖਲ ਹੋਣਾ ਪਏਗਾ। ਸਰ ਜਿੱਦਣ ਪੈਸੇ ਦੇ ਕੇ ਆਵਾਂਗੇ ਨਾ ਆਪਾਂ ਉਦੋਂ ਗੱਲ ਕਰਾਂਗੇ। ਉਹ ਕੁਛ ਨਹੀਂ ਹੈਗਾ, ਇਹੋ ਜਿਹਾ ਕੁਛ ਨਹੀਂ ਹੋਣ ਵਾਲਾ। ਜੇ ਇਹੋ ਜਿਹਾ ਕੁਛ ਹੋਏਗਾ ਤਾਂ ਮੈਂ ਤੁਹਾਡੇ ਨਾਲ ਵਿਰੋਧ 'ਚ ਪਵਾਂਗਾ। ਇਹ ਕੀ ਗੱਲ ਹੋ ਗਈ? ਦੇਖੋ ਅੱਜ ਇਹਨੇ ਖੂਬਸੂਰਤ ਪਾਰਕ ਬਣ ਗਏ ਨੇ, ਸਾਫ ਸਫਾਈ, ਸਿਕਿਉਰਿਟੀ ਦਾ ਮਾਹੌਲ। ਮੈਂ ਤੁਹਾਨੂੰ ਪਹਿਲਾਂ ਦੱਸਿਆ ਪੁਰਾਤਨ ਦੇ ਵਿੱਚ ਇੱਥੇ ਪਾਣ ਦੀਆਂ ਪੀਕਾਂ ਵੱਜੀਆਂ, ਜੂਆ ਚੱਲਦਾ ਹੁੰਦਾ ਸੀਗਾ। ਜੋ ਦੁਨੀਆ ਭਰ ਦਾ ਜਵਾਰੀ ਇੱਥੇ ਇਕੱਠਾ ਹੋਇਆ ਹੁੰਦਾ ਸੀ, ਜੋ ਘਟੀਆ ਬੰਦਾ ਇੱਥੇ ਇਕੱਠਾ ਹੋਇਆ ਹੁੰਦਾ ਸੀਗਾ। ਅੱਜ ਇੱਥੇ ਠੰਡੇ ਪਾਣੀ ਦੀਆਂ ਮਸ਼ੀਨਾਂ ਲਾਤੀਆਂ, ਟਾਇਲਟ ਬਣਾਤੇ, ਸੰਗਤ ਦੀ ਸਹੂਲਤ ਵਾਸਤੇ ਬਣਾਤੇ। ਇਹਨੂੰ ਅਸੀਂ ਛੇੜਛਾੜ ਦਾ ਨਾਂ ਦੇਈ ਜਾਂਦੇ ਆ। ਇਹ ਬੜੀ ਛੋਟੀ ਮਾਨਸਿਕਤਾ ਹੈ ਬਾਠ ਸਾਹਿਬ। ਸਰਕਾਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਮੈਂ ਗੁਰਿੰਦਰ ਸਿੰਘ ਬਾੜ ਤੁਹਾਨੂੰ ਅੱਜ ਲੈ ਕੇ ਆਇਆ ਜਲਿਆਂਵਾਲੇ ਬਾਗ ਦੀ ਇਤਿਹਾਸਕ ਯਾਦਗਾਰ ਦੇ ਦਰਸ਼ਨ ਕਰਵਾਉਣ। ਸੋ ਇਤਰਾਜ਼ ਸਨ ਬਹੁਤ ਲੋਕਾਂ ਦੇ ਕਿ ਯਾਦਗਾਰ ਦੇ ਨਵੀਨੀਕਰਨ ਨੂੰ ਲੈ ਕੇ ਭਾਜਪਾ ਸਰਕਾਰ ਨੇ ਵੱਡੇ ਪੱਧਰ ਤੇ ਛੇੜਛਾੜ ਕੀਤੀ ਹੈ। ਔਰ ਜੋ ਫੀਲਿੰਗ ਆਉਂਦੀ ਸੀ ਇੱਥੇ ਅੰਦਰ ਆ ਕੇ ਕਿ ਸਾਡੇ ਸ਼ਹੀਦ ਇੱਥੇ ਹੋਏ ਨੇ ਔਰ ਉਹਨਾਂ ਨੂੰ ਵੇਖ ਕੇ ਜਜ਼ਬਾ ਮਨ 'ਚ ਹੁੰਦਾ ਸੀ, ਉਹ ਵੀ ਹੁਣ ਕਿਤੇ ਨਾ ਕਿਤੇ ਮਨਫੀ ਹੋ ਗਿਆ। ਕਿਉਂਕਿ ਪਿਕਨਿਕ ਸਪੌਟ ਦੀ ਤਰ੍ਹਾਂ ਕਹਿੰਦੇ ਕਿ ਇਸ ਨੂੰ ਸਵਾਰਿਆ ਗਿਆ। ਲੋਕ ਇੱਥੇ ਸੈਲਫੀਆਂ ਲੈਣ ਆਉਂਦੇ ਨੇ। ਪਰ ਇਹਨਾਂ ਸਾਰੇ ਇਤਰਾਜ਼ਾਂ ਦੇ ਵਿੱਚ, ਇਹਨਾਂ ਸਾਰੇ ਸਵਾਲਾਂ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਵੀ ਸਾਡੇ ਨਾਲ ਅੱਜ ਇੱਥੇ ਜੁੜੀ ਹੈ ਜੋ ਇਸ ਸਾਰੇ ਕਾਰਜ ਨੂੰ ਸਹੀ ਠਹਿਰਾਉਣ ਦਾ ਯਤਨ ਕਰਦੀ ਹੈ। ਕਿਵੇਂ ਕਰਦੀ ਆ ਕਿ ਉਹਨਾਂ ਦੇ ਮਨ ਦੇ ਅੰਦਰ ਇਹ ਗੱਲਬਾਤ ਹੈ ਕਿ ਕਿਸ ਤਰ੍ਹਾਂ ਭਾਜਪਾ ਸਰਕਾਰ ਵੱਲੋਂ ਕੀਤਾ ਗਿਆ ਨਵੀਨੀਕਰਨ ਠੀਕ ਹੈ। ਸੋ ਭਾਜਪਾ ਸਰਕਾਰ OBC ਵਿੰਗ ਦੇ ਪ੍ਰਦੇਸ਼ ਮਹਾਂਮੰਤਰੀ ਕੰਵਰਬੀਰ ਸਿੰਘ ਮੰਜਲ ਹੈ, ਜੋ ਪੰਜਾਬ ਵਿੱਚ ਵੀ ਭਾਜਪਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਉਂਦੇ ਨੇ। ਮੰਜਲ ਸਾਹਿਬ ਪਹਿਲਾਂ ਸਵਾਗਤ ਹੈ ਸਾਡੇ ਨਾਲ ਜੁੜਨ ਲਈ। ਬਹੁਤ ਬਹੁਤ ਧੰਨਵਾਦ ਬਾਠ ਸਾਹਿਬ। ਸੋ ਇਤਰਾਜ਼ ਬੜੇ ਸਨ, ਕਿਵੇਂ ਵੇਖਦੇ ਹੋ, ਸਹੀ ਨੇ ਜਾਂ ਗਲਤ ਨੇ? ਬਿਲਕੁਲ ਗਲਤ ਇਤਰਾਜ਼ ਨੇ ਜੀ। ਮੈਂ ਬਿਲਕੁਲ ਸਹਿਮਤੀ ਨਹੀਂ ਦਿੰਦਾ ਜੀ ਇਹਨਾਂ ਇਤਰਾਜ਼ਾਂ ਨੂੰ। ਸਵਾਲ ਵੱਡੇ ਨੇ ਜੀ, ਕਿਉਂਕਿ ਜਦੋਂ ਆਪਾਂ ਅੰਦਰ ਦਾਖਲ ਹੁੰਦੇ ਹਾਂ ਤੇ ਸਾਡੇ ਮਹਾਨ ਸ਼ਹੀਦ ਊਧਮ ਸਿੰਘ ਜੀ ਦਾ ਬੁੱਤ ਸਥਾਪਿਤ ਕੀਤਾ ਗਿਆ। ਲੋਕ ਮੰਨਦੇ ਨੇ ਕਿ ਉਹਨਾਂ ਦੇ ਹੱਥ ਵਿੱਚ ਰਿਵਾਲਵਰ ਸੀ ਤੇ ਉਹ ਐਸੀ ਮੂਵਮੈਂਟ ਦੇ ਵਿੱਚ ਲੰਡਨ ਗਏ ਸਨ ਕਿ ਇੱਥੋਂ ਦੇ ਜਿਨ੍ਹਾਂ ਨੂੰ ਦੋਸ਼ੀ ਮੰਨਿਆ ਗਿਆ, ਜਨਰਲ ਅਡਵਾਇਰ ਨੂੰ, ਉਹਨਾਂ ਨੂੰ ਮਾਰ ਕੇ ਬਦਲਾ ਲੈਣਾ। ਤੇ ਅੱਜ ਉਹਨਾਂ ਦੇ ਹੱਥ 'ਚ ਮਿੱਟੀ ਫੜਾ ਦਿੱਤੀ ਗਈ ਹੈ ਕਿ ਬਹਾਦਰ ਤੋਂ ਮੰਗਤੇ ਦੇ ਵਾਲਾ ਸ਼ੋਅ ਕਰ ਦਿੱਤਾ ਗਿਆ। ਉਹਨੂੰ ਕਿਵੇਂ ਵੇਖਦੇ ਹੋ? ਬਾਠ ਸਾਹਿਬ ਮੈਂ ਤੁਹਾਡੀਆਂ ਗੱਲਾਂ ਨਾਲ ਬਿਲਕੁਲ ਸਹਿਮਤ ਨਹੀਂ। ਜਿਹੜੇ ਵੀ ਲੋਕ ਇਹ ਦੋਸ਼ ਲਗਾਉਂਦੇ ਨੇ ਉਹ ਨਿਰਾਧਾਰ ਨੇ। ਸ਼ਹੀਦ ਊਧਮ ਸਿੰਘ ਜੀ ਸਾਡੇ ਦੇਸ਼ ਦਾ ਗੌਰਵ ਨੇ। ਮੈਂ ਤੁਹਾਡੀ ਜਾਣਕਾਰੀ 'ਚ ਥੋੜ੍ਹਾ ਜਿਹਾ ਵਾਧਾ ਕਰਦਿਆਂ, ਸ਼ਹੀਦ ਊਧਮ ਸਿੰਘ ਜੀ ਉਹਨਾਂ ਦਾ ਜਿਹੜਾ ਪੁਰਾਤਨ ਬਚਪਨ ਦਾ ਨਾਮ ਸੀ ਉਹ ਸ਼ੇਰ ਸਿੰਘ ਸੀਗਾ। 2 ਸਾਲ ਦੀ ਉਮਰ 'ਚ ਉਹਨਾਂ ਦੇ ਮਾਤਾ ਜੀ ਪੂਰੇ ਹੋ ਗਏ ਤੇ 8 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਫਾਦਰ ਇਸ ਦੁਨੀਆ ਤੋਂ ਚਲੇ ਗਏ ਤੇ ਯਤੀਮਖਾਨੇ 'ਚ ਉਹਨਾਂ ਦਾ ਪਾਲਣ ਪੋਸ਼ਣ ਹੋਇਆ। 20 ਸਾਲ ਦੀ ਉਮਰ 'ਚ ਸੀਗੇ ਜਦੋਂ ਉਹ ਇੱਥੇ 13 ਅਪ੍ਰੈਲ 1919 ਨੂੰ ਇਹ ਸਾਕਾ ਵਾਪਰਿਆ। ਉਹ ਇੱਥੇ ਪਾਣੀ ਦੀ ਸੇਵਾ ਕਰ ਰਹੇ ਸੀਗੇ, ਯੁਵਾ ਅਵਸਥਾ ਦੇ ਵਿੱਚ ਨੌਜਵਾਨ ਸੀਗੇ। ਤੇ ਜਦੋਂ ਉਹ ਇੱਥੇ ਆਏ ਸੀਗੇ ਕੋਈ ਪਿਸਤੌਲ ਲੈ ਕੇ ਨਹੀਂ ਸੀ ਉਹ ਆਏ। ਜਿਸ ਬੁੱਤ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਉਹਨਾਂ ਨੂੰ ਮੰਗਤਾ, ਇਹ ਮੰਗਤਾ ਨਹੀਂ ਆ, ਇਹਨੂੰ ਅਲਖ ਜਗਾਉਣਾ ਕਹਿੰਦੇ ਨੇ। ਆਪਣੇ ਦੇਸ਼ ਵਾਸਤੇ, ਆਪਣੇ ਦੇਸ਼ ਵਾਸੀਆਂ ਦੀ ਅਲਖ ਜਗਾਉਣ ਵਾਸਤੇ ਉਹ ਨਾਰਾ ਦੇ ਰਹੇ ਸੀਗੇ। ਇਹ ਉਸ ਆਪਾਂ ਨਾ ਮੂਵਮੈਂਟਸ ਨੂੰ ਮਿਕਸ ਨਾ ਕਰੀਏ। ਜਦੋਂ ਜਨਰਲ ਡਾਇਰ ਨੂੰ ਉਹਨਾਂ ਨੇ ਗੋਲੀ ਮਾਰੀ, 21 ਸਾਲ ਦਾ ਲਗਾਤਾਰ ਸੰਘਰਸ਼ ਲੜਨ ਤੋਂ ਬਾਅਦ ਉਹਨਾਂ ਨੇ ਜਨਰਲ ਡਾਇਰ ਦਾ ਮਰਡਰ ਕੀਤਾ ਜਾ ਕੇ ਇੰਗਲੈਂਡ ਦੀ ਧਰਤੀ ਦੇ ਉੱਤੇ। ਫਿਰ ਉਹਨੂੰ ਮਾਰਨ ਤੋਂ ਬਾਅਦ ਉੱਥੋਂ ਭੱਜੇ ਨਹੀਂ,
ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਨਾ ਗੋਰੇ ਨੇ, ਉਹਨਾਂ ਨੇ ਇਹ ਸਵਾਲ ਕੀਤਾ ਕੋਰਟ ਦੇ ਵਿੱਚ ਵੀ ਤੁਸੀਂ ਉਹਨੂੰ ਮਾਰ ਕੇ ਭੱਜ ਸਕਦੇ, ਤੁਸੀਂ ਭੱਜੇ ਕਿਉਂ ਨਹੀਂ? ਉਹ ਕਹਿੰਦੇ ਜੇ ਮੈਂ ਅੱਜ ਇੱਥੋਂ ਭੱਜ ਜਾਂਦਾ ਤੇ ਮੇਰੇ ਦੇਸ਼ ਦੇ ਵਿੱਚ ਕੁਰਬਾਨੀ ਦੇਣ ਦੀ ਪ੍ਰਥਾ ਖਤਮ ਹੋ ਜਾਂਦੀ। ਉਹ ਕੁਰਬਾਨੀ ਨੂੰ ਜਿੰਦਾ ਰੱਖਣ ਵਾਸਤੇ ਉਹਨਾਂ ਨੇ ਉਹਨੂੰ ਗੋਲੀਆਂ ਵੀ ਮਾਰੀਆਂ ਤੇ ਆਪਣੀ ਗ੍ਰਿਫਤਾਰੀ ਵੀ ਦਿੱਤੀ। ਇਹੋ ਜਿਹੇ ਗੌਰਵਮਈ ਲੋਕਾਂ ਨੂੰ, ਇਹੋ ਜਿਹੇ ਇਤਿਹਾਸਕ ਲੋਕਾਂ ਦੇ ਉੱਤੇ ਇਹੋ ਜਿਹੀਆਂ ਟਿੱਪਣੀਆਂ ਕਰਨ ਵਾਲੇ ਛੋਟੀ ਸੋਚ ਦੇ ਲੋਕ ਹੋ ਸਕਦੇ ਨੇ। ਉਹ ਦੇਸ਼ ਦੀ ਅਲਖ ਜਗਾ ਰਹੇ, ਸਾਡੇ ਕੌਮ ਦੀ ਅਲਖ ਜਗਾ ਰਹੇ ਨੇ, ਕੋਈ ਉਹ ਭੀਖ ਨਹੀਂ ਮੰਗ ਰਹੇ। ਜਿਹੜੇ ਇਹੋ ਜਿਹੀ ਸੋਚ ਲੈ ਕੇ ਇਹ ਵਿਚਾਰ ਪ੍ਰਗਟ ਕਰਦੇ ਨੇ ਉਹਨਾਂ ਦੀ ਛੋਟੀ ਮਾਨਸਿਕਤਾ, ਮੈਂ ਇਹਨਾਂ ਨਾਲ ਸਹਿਮਤ ਨਹੀਂ। ਸੋ ਇਸ ਤੋਂ ਬਾਅਦ ਇੱਕ ਸਵਾਲ ਹੋਰ ਸ਼ੁਰੂ ਹੁੰਦਾ ਕਿ ਜਦੋਂ ਆਪਾਂ ਅੰਦਰ ਦਾਖਲ ਹੁੰਦੇ ਆ ਨਾ, ਉੱਥੇ ਤਸਵੀਰਾਂ ਜਿਹੜੀਆਂ ਬੁੱਤ ਬਣਾ ਕੇ ਲਗਾਈਆਂ ਗਈਆਂ ਨੇ, ਪੇਸ਼ ਕੀਤਾ ਗਿਆ ਕਿ ਲੋਕ ਇੱਥੇ ਇਸ ਤਰ੍ਹਾਂ ਦਾਖਲ ਹੋਏ ਹੋਣਗੇ ਹਿੱਸਾ ਲੈਣ ਲਈ ਕਾਨਫਰੰਸ ਦੇ ਵਿੱਚ। ਉਹ ਕਹਿੰਦੇ ਨੇ ਕਿ ਕੀ ਇਹ ਚਾਵਾਂ ਮਲਾਰਾਂ ਨਾਲ ਆਏ ਹੋਣਗੇ, ਮੱਥੇ ਤੇ ਹੱਸਦੇ ਨੱਚਦੇ ਟੱਪਦੇ ਆਏ ਹੋਣਗੇ ਜਿਵੇਂ ਦੇ ਬੁੱਤ ਨੇ। ਉਹ ਕਹਿੰਦੇ ਨੇ ਕਿ ਜਦੋਂ ਇੱਥੇ ਉਹ ਐਡੀ ਵੱਡੀ ਕਾਨਫਰੰਸ 'ਚ ਹਿੱਸਾ ਲੈਣ ਆਏ ਹੋਣਗੇ ਨਾ ਲੋਕ, ਉਹਨਾਂ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਹੋਣਗੀਆਂ, ਚਿਹਰੇ ਉਤਰੇ ਹੋਣਗੇ ਕਿ ਬ੍ਰਿਟਿਸ਼ ਸਰਕਾਰ ਦੇ ਨਾਲ ਸਾਡਾ ਪੰਗਾ ਹੈ, ਉਹ ਗੁਲਾਮੀ ਜਿਹੜੀ ਗਲੋਂ ਲਾਉਣੀ ਹੈ ਤੇ ਆਜ਼ਾਦ ਕਿਵੇਂ ਹੋਣਾ ਹੈ। ਬਾਠ ਸਾਹਿਬ, ਜਿਹੜੇ ਵੀ ਲੋਕ ਇਹ ਬੜੀਆਂ ਛੋਟੀਆਂ ਗੱਲਾਂ ਕਰ ਰਹੇ ਨੇ, ਅਸੀਂ ਉਸ ਕੌਮ ਦੇ ਵਿੱਚ ਜੰਮੇ ਪਲੇ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਦੇਸ਼ ਵਾਸਤੇ ਉਹਨਾਂ ਨੇ ਆਪਣਾ ਸੀਸ ਦਿੱਤਾ ਕਿ ਉਹਨਾਂ ਦੇ ਮੱਥੇ ਤੇ ਸ਼ਿਕਨ ਦੇਖੀ ਕਿਸੇ ਨੇ? ਕਲਗੀਧਰ ਪਾਤਸ਼ਾਹ ਨੇ ਸਰਬੰਸ ਵਾਰਿਆ, ਉਹ ਛੋਟੇ ਛੋਟੇ 5 ਸਾਲ 7 ਸਾਲ ਦੀ ਆਯੂ ਦੇ ਬੱਚੇ ਜਿਹੜੇ ਨੀਹਾਂ 'ਚ ਚਿਣੇ ਗਏ, ਹੱਸਦੇ ਖਿੜੇ ਮੱਥੇ ਚਿਣੇ ਗਏ। ਚਿੰਤਾ ਤੇ ਪੰਜਾਬੀਅਤ ਇਹਨਾਂ ਦਾ ਆਪਸ 'ਚ ਕੋਈ ਲੈਣਾ ਦੇਣਾ ਨਹੀਂ ਹੈਗਾ। ਜਿਹੜੇ ਵੀ ਲੋਕ ਇਹ ਗੱਲਾਂ ਕਰਦੇ ਨੇ, ਬੜੀਆਂ ਛੋਟੀਆਂ ਗੱਲਾਂ ਕਰਦੇ ਨੇ ਵੀ ਇਹਨਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਨਹੀਂ ਹੈਗੀਆਂ। ਦੂਜੀ ਗੱਲ, 13 ਅਪ੍ਰੈਲ 1919 ਵਿਸਾਖੀ ਦਾ ਦਿਨ ਸੀਗਾ ਜਿਸ ਦਿਨ, ਔਰ ਵਿਸਾਖੀ ਸਾਡੇ ਪੰਜਾਬ ਦੇ ਵਿੱਚ ਇੱਕ ਉਤਸ਼ਾਹ ਦੇ ਰੂਪ ਵਿੱਚ ਮਨਾਈ ਜਾਂਦੀ ਹੈ, ਇੱਕ ਤਿਉਹਾਰ ਦੇ ਰੂਪ 'ਚ ਨਵੇਂ ਸਾਲ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਉਸ ਦਿਨ। ਉਹ ਤਿਉਹਾਰ ਸੀਗਾ, ਔਰ ਉਦੋਂ ਇਹ ਕਿਉਂ ਇੱਕ ਤੇ ਇਕੱਠੇ ਹੋਏ ਸੀਗੇ ਇਹ ਸਾਨੂੰ ਸਮਝਣਾ ਸਭ ਤੋਂ ਪਹਿਲਾਂ ਜ਼ਰੂਰੀ ਆ। ਰੌਲਟ ਐਕਟ, ਕਾਲਾ ਕਾਨੂੰਨ ਲੈ ਕੇ ਅੰਗਰੇਜ਼ ਸਰਕਾਰ ਉਦੋਂ ਲੈ ਕੇ ਆਈ ਸੀ। ਕਾਲਾ ਕਾਨੂੰਨ ਕਿਹਨੂੰ ਕਹਿੰਦੇ, ਮੈਂ ਤੁਹਾਨੂੰ ਦੱਸਦਾ ਕਿਹਨੂੰ ਕਹਿੰਦੇ ਕਾਲਾ ਕਾਨੂੰਨ। ਉਹ ਕਾਲਾ ਕਾਨੂੰਨ ਇਹ ਸੀਗਾ ਕਿ ਕੋਈ ਵੀ ਰਾਜਨੀਤਿਕ ਅਸੀਂ ਇਕੱਠ ਨਹੀਂ ਕਰ ਸਕਦੇ, ਕੋਈ ਮੀਟਿੰਗ ਨਹੀਂ ਕਰ ਸਕਦੇ, ਕੋਈ ਅਸੀਂ ਜਲਸਾ ਜਲੂਸ ਨਹੀਂ ਕਰ ਸਕਦੇ। ਜੇ ਕੋਈ ਕਰੇਗਾ ਤਾਂ ਉਹਦੀ 2 ਸਾਲ ਤੋਂ ਪਹਿਲਾਂ ਜ਼ਮਾਨਤ ਤੱਕ ਨਹੀਂ ਲਈ ਜਾਗੀ। ਇਹੋ ਜਿਹਾ ਕਾਲਾ ਕਾਨੂੰਨ ਲੈ ਕੇ ਗੋਰਾ ਸਰਕਾਰ ਆਈ ਸੀਗੀ ਉਦੋਂ। 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਸਾਰੀ ਪੰਜਾਬੀਅਤ ਜਿਹੜੀ ਇੱਥੇ ਇਕੱਠੀ ਹੋਈ ਸੀਗੀ। ਮੈਨੂੰ ਇੱਕ ਗੱਲ ਦੱਸੋ, ਕਿਸੇ ਵੀ ਜਲਸੇ ਜਲੂਸਾਂ ਦੇ ਵਿੱਚ ਕੋਈ ਲੇਡੀਜ਼ ਤੇ 4-4 ਸਾਲ ਦੇ ਬੱਚੇ ਲੈ ਕੇ ਕਦੀ ਨਹੀਂ ਜਾਂਦਾ। ਇਹ ਵਿਸਾਖੀ ਦਾ ਤਿਉਹਾਰ ਮਨਾਉਣ ਵਾਸਤੇ ਆਏ ਸੀਗੇ। ਜਿਹੜੀ ਇੱਥੇ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੇ ਗੱਲ ਕਰਦੇ ਛੇੜਛਾੜ ਦੀ, ਛੇੜਛਾੜ ਤੇ ਇਹਦੇ ਨਾਲ ਕੋਈ ਹੋਈ ਹੋਈ ਨਹੀਂ ਜੀ। ਜੇ ਤੁਸੀਂ ਛੇੜਛਾੜ ਵਾਲੇ ਬਣੇ ਹੋ ਤਾਂ ਹਮੇਸ਼ਾ ਹੀ ਛੇੜਛਾੜ ਹੋਈ ਇਹਦੇ ਨਾਲ। ਇਹ ਜਦੋਂ 1919 ਦੇ ਵਿੱਚ 13 ਅਪ੍ਰੈਲ ਨੂੰ ਇਹ ਸਾਕਾ ਵਾਪਰਿਆ ਸੀਗਾ, ਇੱਕ ਗਰਾਊਂਡ ਸੀਗੀ, ਇੱਕ ਪਾਰਕ ਸੀਗਾ ਇਹ, ਜਿਹਦੇ ਵਿੱਚ ਇਕੱਠ ਹੁੰਦੇ ਸੀਗੇ। ਨਾ ਕੋਈ ਲਾਟ ਸੀਗੀ, ਕੁਛ ਨਹੀਂ ਸੀਗਾ, ਇੱਕ ਖੂਹ ਸੀਗਾ ਤੇ ਇੱਕ ਪਾਰਕ ਸੀਗੀ ਇਹ। ਫਿਰ ਛੇੜਛਾੜ ਕਿਹਨੂੰ ਮੰਨਦੇ ਹੋ? ਛੇੜਛਾੜ ਮੈਨੂੰ ਤਾਂ ਆਪ ਨਹੀਂ ਸਮਝ ਲੱਗਦੀ ਛੇੜਛਾੜ ਕੀ। ਇਹ ਖੂਬਸੂਰਤੀ, ਅੱਜ ਸੰਗਤ ਇੱਥੇ ਆਈ ਆ, ਗੈਲਰੀਆਂ ਦੇ ਵਿੱਚ ਏਸੀ ਲੱਗ ਗਏ ਨੇ। ਅੱਜ ਸਾਡੇ ਬੱਚੇ, ਮੈਨੂੰ ਇੱਕ ਗੱਲ ਦੱਸੋ ਤੁਸੀਂ, ਅੱਜ ਸਾਡੇ ਬੱਚੇ ਸਾਰੇ ਵੀਡੀਓਲਾਈਜੇਸ਼ਨ ਨਾਲ ਪੜ੍ਹਦੇ ਨੇ, ਆਨਲਾਈਨ ਕਲਾਸਾਂ ਲਾਉਂਦੇ ਨੇ। ਤੇ ਜੇ ਇਤਿਹਾਸ ਨੂੰ ਪੜ੍ਹਾਉਣ ਵਾਸਤੇ ਉਹਨਾਂ ਨੇ ਵੀਡੀਓਗ੍ਰਾਫੀ ਇੱਥੇ ਵਿਖਾਣੀ ਸ਼ੁਰੂ ਕਰ ਦਿੱਤੀ ਆ। 15-15 ਮਿੰਟ ਦੇ ਕਲਿੱਪ ਨੇ, 4 ਗੈਲਰੀਆਂ ਬਣਾ ਦਿੱਤੀਆਂ ਨੇ। ਉਹ ਇਸੇ ਲਈ ਬਣਾ ਦਿੱਤੀਆਂ ਕਿ ਸਾਡੇ ਬੱਚਿਆਂ ਦਾ ਕਲਚਰ ਹੁਣ ਜਿਹੜਾ ਨਾ ਆਨਲਾਈਨ ਪੜ੍ਹਾਈਆਂ ਵਾਲਾ ਹੋ ਗਿਆ। ਵੇਖ ਕੇ ਸਾਡੇ ਬੱਚੇ ਜਲਦੀ ਸਮਝ ਉਹਨੂੰ ਫੋਲੋ ਅਪ ਕਰਦੇ ਨੇ। ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਉਹਨਾਂ ਨੇ ਆਸਾਨ ਕੀਤਾ, ਸ਼ਾਮ ਨੂੰ ਇੱਥੇ ਇੱਕ ਲੇਜ਼ਰ ਸ਼ੋਅ ਹੁੰਦਾ। ਉਹ 15 ਮਿੰਟ ਦੇ ਲੇਜ਼ਰ ਸ਼ੋਅ ਦੇ ਵਿੱਚ ਸਾਰੀ ਹਿਸਟਰੀ ਇੱਥੋਂ ਦੀ ਦਿਖਾਈ ਜਾਂਦੀ ਆ। ਇਹਨੂੰ ਛੇੜਛਾੜ ਨਹੀਂ ਕਹਿੰਦੇ, ਇਹਨੂੰ ਨਵੀਨੀਕਰਨ ਕਹਿੰਦੇ ਆ ਆਪਾਂ। ਬਾਕੀ ਜੇ ਕੋਈ ਛੋਟੀ ਮਾਨਸਿਕਤਾ ਲੋਕ ਨੇ ਜਿਹੜੇ ਇਹਨੂੰ ਛੇੜਛਾੜ ਦਾ ਨਾਂ ਦਿੰਦੇ ਨੇ। ਮੈਂ ਤੁਹਾਡੇ ਨਾਲ ਛੇੜਛਾੜ ਦੀ ਗੱਲ ਦੀ ਥੋੜਾ ਕਲੀਅਰ ਕਰਦਾ। ਕਹਿੰਦੇ ਕਿ ਇੱਥੇ ਜੋਤ ਜਗਦੀ ਸੀ, ਜੋਤ ਦੀ ਜਗ੍ਹਾ ਵੀ ਹਟਾ ਕੇ ਪਿੱਛੇ ਕਰ ਦਿੱਤੀ ਗਈ। ਉਹਦੇ ਥੱਲੇ ਇੰਡੀਅਨ ਆਇਲ ਲਿਖ ਦਿੱਤਾ ਗਿਆ, ਮਸ਼ਹੂਰੀ ਕਰ ਦਿੱਤੀ ਗਈ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੀ। ਤੇ ਸ਼ਹੀਦੀ ਖੂਹ ਸੀ ਜਿਹੜਾ, ਜਿੱਥੇ ਕਿਤੇ ਛਾਲਾਂ ਵੱਜੀਆਂ ਹੋਣਗੀਆਂ ਜਾਨ ਬਚਾਉਣ ਲਈ, ਉੱਥੇ ਲਹੂ ਦੇ ਨਿਸ਼ਾਨ ਵੀ ਹੋਣਗੇ, ਮਾਸ ਦੇ ਵੀ ਨਾਲ ਜੁੜੇ ਹੋਣਗੇ, ਗੋਲੀਆਂ ਵੱਜੀਆਂ। ਉਹ ਵੀ ਸਾਰਾ ਕੁਝ ਮਿਟਾ ਕੇ ਉਹਨੂੰ ਪਲਸਤਰ ਕਰ ਦਿੱਤਾ ਗਿਆ ਕਿ ਵੇਖਣ ਦੇ ਵਿੱਚ ਪਤਾ ਨਾ ਲੱਗੇ ਇੱਥੇ ਵਾਪਰਿਆ ਕੀ ਸੀ। ਬਾਠ ਸਾਹਿਬ, ਜਿਹੜੀ ਤੁਸੀਂ ਜੋਤ ਦੀ ਗੱਲ ਕਰ ਰਹੇ ਪੇਜ ਨਾ, ਇੰਡੀਅਨ ਆਇਲ ਉਹਦੇ ਥੱਲੇ ਲਿਖਿਆ, ਇਹ ਜੋਤ ਕਦੀ ਹੁੰਦੀ ਨਹੀਂ ਸੀਗੀ ਇੱਥੇ। ਕਦੋਂ ਫਿਰ ਲੱਗੀ ਕੀ? ਇਹ ਜੁਮਾ ਸਾਡੇ ਹੋਸ਼ ਦੀਆਂ ਗੱਲਾਂ ਨੇ, ਸਾਡੇ ਵੇਖਦੇ ਹੀ ਇਹ ਜੋਤ ਲੱਗੀ ਆ। ਇੰਡੀਅਨ ਆਇਲ ਕਿਸੇ ਪ੍ਰਾਈਵੇਟ ਖਾਨਦਾਨ ਦੀ ਪ੍ਰਾਪਰਟੀ ਨਹੀਂ ਹੈਗੀ। ਇੰਡੀਅਨ ਆਇਲ ਇਸ ਦੇਸ਼ ਦੀ ਧਰੋਹਰ ਆ ਔਰ ਦੇਸ਼ ਦੀ ਕੰਪਨੀ ਆ। ਇਹ ਕਿਸੇ ਦੇ ਪਿਓ ਦੀ ਕੰਪਨੀ ਨਹੀਂ ਆ, ਇਹ ਦੇਸ਼ ਹੈ ਇਹਦਾ ਮਾਲਕ। ਹਿੰਦੁਸਤਾਨ ਦੀ ਸਰਕਾਰੀ ਕੰਪਨੀ ਆ ਇੰਡੀਅਨ ਆਇਲ, ਜਿਹੜੀ ਉਹਨੂੰ ਜੋਤ ਨੂੰ ਜਗਾ ਰਹੀ ਆ। ਇਹ ਤਾਂ ਬੜੀ ਛੋਟੀ ਮਾਨਸਿਕਤਾ ਦੀਆਂ ਗੱਲਾਂ ਨੇ ਇਹੋ ਜਿਹੀ ਗੱਲ ਕਰਨੀ ਕਿ ਇੰਡੀਅਨ ਆਇਲ ਦਾ ਨਾਂ ਲਿਖਿਆ। ਜਿਹੜਾ ਉੱਥੇ ਗੈਸ ਪ੍ਰੋਵਾਈਡ ਜਿਹੜੀ ਕੰਪਨੀ ਕਰਾ ਰਹੀ ਆ, ਉਹ ਆਪਣਾ ਨਾਂ ਥੱਲੇ ਲਿਖ ਦੇਗੀ, ਇਹਦੇ 'ਚ ਕੀ ਗਲਤ ਆ? ਖੂਹ ਬਾਰੇ ਮੈਂ ਤੁਹਾਨੂੰ ਬਿਲਕੁਲ ਦੱਸਣਾ ਚਾਹਾਂਗਾ ਜੀ। ਅਸੀਂ ਟਾਊਨ ਹਾਲ ਸਕੂਲ 'ਚ ਇੱਥੇ ਪੜ੍ਹਦੇ ਹੁੰਦੇ ਸਾਂ ਜੀ, 12 ਤੋਂ 5 ਦੀ ਸ਼ਿਫਟ 'ਚ ਅਸੀਂ ਪੜ੍ਹਦੇ ਹਾਂ।
ਮੈਂ ਤੁਹਾਨੂੰ ਇਸ ਪਾਰਕ ਦਾ ਇਤਿਹਾਸ ਦੱਸਦਾ। ਅਸੀਂ ਛੋਟੇ ਛੋਟੇ ਹੁੰਦੇ 8-9 ਵਜੇ ਘਰੋਂ ਨਿਕਲ ਆਉਣਾ ਤੇ 4 ਘੰਟੇ ਇੱਥੇ ਬਤੀਤ ਕਰੀਦੇ ਸੀਗੇ, ਇੱਥੇ ਹੱਸਦੇ ਖੇਡਦੇ ਰਹੇ। ਇਹ ਪਾਰਕ ਦਾ ਤੁਹਾਨੂੰ ਮੈਂ ਇਤਿਹਾਸ ਦੱਸਦਾ ਜੀ। ਇੱਥੇ ਥਾਂ ਥਾਂ ਤੇ ਪਾਣ ਦੀਆਂ ਪੀਕਾਂ ਵੱਜੀਆਂ ਹੁੰਦੀਆਂ ਸੀ। ਜੋ ਸ਼ਹਿਰ ਦਾ ਜੂਏਬਾਜ਼ ਇੱਥੇ ਜੂਆ ਖੇਡਦਾ ਹੁੰਦਾ ਸੀਗਾ। ਇਹ ਇਤਿਹਾਸ ਹੈ ਇੱਥੋਂ ਦਾ। ਜਿਹੜੀ ਤੁਸੀਂ ਖੂਹ ਦੀ ਗੱਲ ਕਰਦੇ ਹੋ, ਇਸ ਖੂਹ ਦੇ ਵਿੱਚ ਮੈਂ ਟੌਫੀਆਂ ਦੇ ਰੈਪਰਾਂ ਨਾਲ ਭਰਿਆ ਖੂਹ ਦੇਖਿਆ। ਇਹਦੇ ਵਿੱਚ ਮੈਂ ਆਪ ਮੋਟਰ ਲੱਗੀ ਹੋਈ ਦੇਖੀ ਜਿਹੜੀ ਪਾਣੀ ਕੱਢਣ ਵਾਲੀ। ਉਹਨੂੰ ਕੀ ਕਹੋਗੇ ਵੀ ਸ਼ਹੀਦਾਂ ਦਾ ਖੂਨ ਕੱਢਦੇ ਸੀ ਇਹਦੇ 'ਚੋਂ। ਮੋਟਰ ਦਾ ਪਾਣੀ ਕਿੱਥੇ ਯੂਜ਼ ਕਰਦੇ? ਮੋਟਰ ਦਾ ਪਾਣੀ ਇੱਥੇ ਖੇਤਾਂ 'ਚ ਜਿਹੜੇ ਬਾਗ ਸੀਗੇ ਉਹਨੂੰ ਪਾਣੀ ਪੂਣੀ ਲਾਉਣ ਵਾਸਤੇ ਉਦੋਂ ਯੂਜ਼ ਕਰਦੇ ਹੁੰਦੇ ਸੀਗੇ। ਅਜੇ ਇੱਥੇ ਠੰਡੇ ਪਾਣੀ ਦੀਆਂ ਮਸ਼ੀਨਾਂ ਲਾਤੀਆਂ, ਟਾਇਲਟ ਬਣਾਤੇ, ਸੰਗਤ ਦੀ ਸਹੂਲਤ ਵਾਸਤੇ ਬਣਾਤੇ। ਇਹਨੂੰ ਅਸੀਂ ਛੇੜਛਾੜ ਦਾ ਨਾਂ ਦੇਈ ਜਾਂਦੇ ਆ। ਇਹ ਬੜੀ ਛੋਟੀ ਮਾਨਸਿਕਤਾ ਹੈ ਬਾੜ ਸਾਹਿਬ। ਦੇਖੋ, ਸੁੰਦਰੀਕਰਨ ਕਰਨਾ, ਨਵੀਨੀਕਰਨ ਕਰਨਾ, ਇਹਨੂੰ ਛੇੜਛਾੜ ਨਹੀਂ ਕਿਹਾ ਜਾ ਸਕਦਾ। ਜਿੰਨੇ ਵੀ ਗੋਲੀਆਂ ਦੇ ਨਿਸ਼ਾਨ ਸੀ ਐਜ਼ ਏ ਟੇਜ ਸਾਂਭ ਕੇ ਰੱਖੇ ਹੋਏ ਨੇ, ਕੋਈ ਛੇੜਛਾੜ ਨਹੀਂ। ਲੋਕ ਜਿਹੜੇ ਪ੍ਰੋਟੈਸਟ ਕਰਦੇ ਨੇ, ਜਿਹੜੇ ਸਵਾਲ ਉਠਾਉਂਦੇ ਨੇ, ਉਹ ਇਹ ਗੱਲ ਕਰਦੇ ਨੇ ਕਿ ਇੱਥੇ ਫੀਲਿੰਗ ਨਹੀਂ ਹੁੰਦੀ ਹੁਣ ਆ ਕੇ ਕਿ ਇੱਥੇ ਸ਼ਹੀਦ ਜਿਹੜੇ ਵੱਡੀ ਗਿਣਤੀ ਸ਼ਹੀਦ ਹੋਏ ਹੋਣਗੇ, ਸਾਡੇ ਪੰਜਾਬੀ ਸ਼ਹੀਦ ਹੋਏ ਹੋਣਗੇ। ਹੁਣ ਤਾਂ ਇੱਕ ਪਿਕਨਿਕ ਸਪਾਟ ਜਿਹਾ ਲੱਗਦਾ ਕਿ ਆਏ ਸੈਲਫੀਆਂ ਲਈਆਂ ਤੇ ਚਲੇ ਗਏ। ਬਾਟ ਸਾਹਿਬ, ਇਹ ਮੁੱਦਾ ਪਤਾ ਕਦੋਂ ਸ਼ੁਰੂ ਹੋਇਆ? ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹਦੀ ਇਨੋਗ੍ਰੇਸ਼ਨ ਕੀਤੀ ਆ। ਉਹ ਇਨੋਗ੍ਰੇਸ਼ਨ ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਅਮਰਿੰਦਰ ਸਿੰਘ ਵੀ ਸ਼ਾਮਲ ਸੀਗੇ। ਸਾਡੇ ਸ਼ਹਿਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਵੀ ਉਹਦੇ 'ਚ ਸ਼ਾਮਲ ਸੀਗੇ। ਅਸਲ 'ਚ ਇਹ ਜਿਹੜਾ ਟਵੀਟ ਕੀਤਾ ਸੀ ਨਾ, ਸਾਡੇ ਦੇਸ਼ ਦੀ, ਮਤਲਬ ਕਿ ਮੈਂ ਉਹਨੂੰ ਕੀ ਨਾਂ ਲੈ ਕੇ ਸੰਬੋਧਨ ਕਰਾਂ, ਸ਼੍ਰੀ ਰਾਹੁਲ ਗਾਂਧੀ ਪੱਪੂ ਜੀ ਨੇ ਇਹਦੇ ਤੇ ਟਵੀਟ ਕੀਤਾ ਸੀ ਸਭ ਤੋਂ ਪਹਿਲਾਂ ਕਿ ਜਲ੍ਹਿਆਂਵਾਲੇ ਬਾਗ ਨਾਲ ਦੇਸ਼ ਦੀ ਸਰਕਾਰ ਨੇ ਛੇੜਛਾੜ ਕਰ ਦਿੱਤੀ ਗਈ ਹੈ। ਸਰ, ਮੈਂ ਨਾ ਤੁਹਾਨੂੰ ਇੱਕ ਬੇਨਤੀ ਕਰਾਂਗਾ। ਇਹ ਸਾਹਮਣੇ ਹੀ ਇੱਕ ਮਕਾਨ ਹੈ, ਇਹਦੇ ਵਿੱਚ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਦੀ ਸਿੱਲ ਲੱਗੀ ਹੋਈ ਆ। ਮੈਨੂੰ ਇੱਕ ਗੱਲ ਦੱਸੋ ਕਿ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਦਾ ਇਸ 1919 ਦੀ 13 ਅਪ੍ਰੈਲ ਦੀ ਕੁਰਬਾਨੀ ਦੇ ਵਿੱਚ ਕੀ ਯੋਗਦਾਨ ਸੀਗਾ? ਉਹ ਸਿੱਲ ਕਿਉਂ ਇੱਥੇ ਲੱਗੀ ਹੋਈ ਆ? ਜੇ ਛੇੜਛਾੜ ਹੁੰਦੀ ਨਾ, ਉਹ ਸਿੱਲ ਨਾ ਇੱਥੇ ਲੱਗੀ ਹੁੰਦੀ, ਉਹ ਪੁੱਟ ਕੇ ਲੈ ਜਾਂਦੇ ਵੀ ਇਹਦਾ ਤਾਂ ਕੋਈ ਸਰੋਕਾਰ ਹੀ ਨਹੀਂ। ਹਾਂ, ਇਹ ਬੁੱਤ ਜਿਹੜੇ ਤੁਸੀਂ ਆਉਂਦਿਆਂ ਕਹਿੰਦੇ ਜੀ ਇੱਥੇ ਬੁੱਤ ਲੱਗਣੇ ਚਾਹੀਦੇ, ਰਾਜੀਵ ਗਾਂਧੀ ਜੀ ਦਾ, ਇੰਦਰਾ ਗਾਂਧੀ ਜੀ ਦਾ, ਜਵਾਹਰ ਲਾਲ ਨਹਿਰੂ ਜੀ ਦਾ, ਰਾਹੁਲ ਗਾਂਧੀ ਦਾ ਵੀ ਲਾ ਦਿੰਦੇ ਭਾਵੇਂ ਵਿੱਚ। ਫਿਰ ਉਹਨਾਂ ਨੇ ਕਹਿਣਾ ਜੀ ਬਹੁਤ ਵਧੀਆ ਹੋ ਗਿਆ। ਉਹ ਸਰ, ਮੇਰੀ ਬੇਨਤੀ ਸੁਣੋ। ਉਹਨਾਂ ਦੀ ਛੋਟੇ, ਉਹ ਤਾਂ ਵਿਚਾਰਾ ਪੱਪੂ ਆ, ਉਹਦੀਆਂ ਗੱਲਾਂ ਨੂੰ ਲੈ ਕੇ ਜੇ ਕੁਝ ਲੋਕ ਇਹਦਾ ਖਰਾਬ ਵਿਰੋਧ ਕਰਦੇ ਨੇ ਤੇ ਉਹ ਛੋਟੀ ਮਾਨਸਿਕਤਾ ਕਵਾਂਗੇ। ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਇੱਥੇ ਕਿਸਾਨ ਜਥੇਬੰਦੀਆਂ ਦੇ ਲੋਕ ਪ੍ਰੋਟੈਸਟ ਕਰਕੇ ਗਏ ਨੇ, ਕੁਝ ਸੰਸਥਾਵਾਂ ਚਲਾਉਂਦੇ ਨੇ, ਬੁੱਧੀਜੀਵੀ ਵਰਗ ਨਾਲ ਜੁੜੇ ਹੋਏ ਨੇ, ਜਿਹੜੇ ਇਤਿਹਾਸ ਦੇ ਉੱਤੇ ਆਪਣੇ ਇਤਰਾਜ਼ ਰੱਖਦੇ ਨੇ, ਉਹਨਾਂ ਨੂੰ ਕਾਂਗਰਸ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਆਮ ਲੋਕਾਂ ਨੇ ਪ੍ਰੋਟੈਸਟ ਕੀਤਾ ਕਿ ਭਾਜਪਾ ਸਰਕਾਰ ਨੇ ਛੇੜਛਾੜ ਕੀਤੀ ਹੈ। ਬਾਟ ਸਾਹਿਬ, ਮੈਂ ਇੱਕ ਤੁਹਾਨੂੰ ਬੇਨਤੀ ਕਰਨਾ, ਜਿਹੜੇ ਸਾਡੇ ਕਿਸਾਨ ਨੇ ਨਾ, ਉਹ ਆਪਣਾ ਅੰਦੋਲਨ ਚਲਾ ਰਹੇ ਨੇ। ਉਹਨਾਂ ਨੂੰ ਉਹਦੇ 'ਚੋਂ ਕੋਈ ਸਮੇਂ ਨਹੀਂ ਹੈਗਾ। ਉਹ ਆਪਣਾ ਹੀ ਅੰਦੋਲਨ ਚਲਾ ਰਹੇ ਨੇ, ਉੱਥੇ ਹੀ ਬਿਜ਼ੀ ਨੇ। ਉਹ ਐਡੇ ਵਿਹਲੇ ਨਹੀਂ ਕਿ ਉਹ ਇੱਥੇ ਆਣ ਕੇ ਰਾਹੁਲ ਗਾਂਧੀ ਦੀ ਇੱਕ ਅਪੀਲ ਦੇ ਉੱਤੇ ਆਣ ਕੇ ਇੱਥੇ ਧਰਨੇ ਲਾਣਗੇ। ਉਹ ਰਾਹੁਲ ਗਾਂਧੀ ਦੇ ਗੁਰਗੇ ਨੇ ਜਿਹੜੇ ਇਹ ਹਰਕਤਾਂ ਕਰ ਰਹੇ ਨੇ। ਔਰ ਟੋਟਲੀ ਇੱਕੋ ਹੀ ਬੰਦੇ ਨੂੰ ਸਾਰੇ ਦੇਸ਼ 'ਚ ਤਕਲੀਫ ਹੋਈ ਹੋਗਾ, ਰਾਹੁਲ ਗਾਂਧੀ। ਹੋਰ ਕਿਸੇ ਨੂੰ ਕੋਈ ਤਕਲੀਫ ਨਹੀਂ। ਤੇ ਜੇ ਕਰੋੜਾਂ ਦੀ ਗਿਣਤੀ ਜੋ 50 ਬੰਦੇ ਉੱਠ ਕੇ ਐਜੀਟੇਸ਼ਨ ਕਰਦੇ, ਮੈਂ ਉਹਨੂੰ ਐਜੀਟੇਸ਼ਨ ਨਹੀਂ ਮੰਨਦਾ ਜੀ। ਫਿਰ ਇਹ ਕਿਹੜੇ ਲੋਕ ਨੇ? ਤੁਸੀਂ ਤਾਂ ਕਾਂਗਰਸ ਨਾਲ ਜੋੜਤੇ ਪਰ ਉਹ ਨਹੀਂ ਮੰਨਦੇ। ਮੇਰੀ ਗੱਲ ਨਹੀਂ ਸਮਝਦੇ ਸਰ। ਉਹ ਰਾਹੁਲ ਗਾਂਧੀ ਦੀ ਤੇ ਮਾਨਸਿਕਤਾ ਉਦੋਂ ਵਿਗੜ ਗਈ ਵੀ ਮੇਰਾ ਤੇ ਮੁੱਖ ਮੰਤਰੀ ਵੀ ਇਸ ਗੱਲ ਨੂੰ ਸਹਿਮਤੀ ਦੇਣ ਡਿਆ ਤੇ ਮੇਰਾ ਮੈਂਬਰ ਪਾਰਲੀਮੈਂਟ ਵੀ ਸਹਿਮਤੀ ਦੇ, ਉਹ ਦੋਵੇਂ ਸ਼ਾਮਲ ਸੀਗੇ ਇਹਦੇ ਵਿੱਚ। ਪਰ ਭਾਜਪਾ ਸਰਕਾਰ ਦੀ ਕੀ ਮਨਸ਼ਾ ਹੈ? ਜੇ ਨਹੀਂ ਲੋਕ ਮੰਨਦੇ ਕਿ ਪੁਰਾਣੀ ਦਿੱਖ ਚਾਹੀਦੀ ਆ, ਤੇ ਫਿਰ ਧੱਕੇ ਨਾਲ ਨਵੀਨੀਕਰਨ ਕਿਉਂ ਕਰਨਾ? ਮੇਰੀ ਇੱਕ ਬੇਨਤੀ ਸੁਣੋ, ਸਾਂਭ ਸੰਭਾਲ ਨੂੰ ਤੁਸੀਂ ਛੇੜਛਾੜ ਦਾ ਨਾਂ ਨਹੀਂ ਦੇ ਸਕਦੇ। ਅਸੀਂ, ਇਹ ਸਾਡੀ ਧਰੋਹਰ ਆ, ਇਹ ਸਾਡੀ ਕੌਮ ਦੀ ਧਰੋਹਰ ਆ, ਸਾਡੇ ਦੇਸ਼ ਦੀ ਧਰੋਹਰ ਆ। ਇਹਨੂੰ ਸੰਭਾਲ ਕੇ ਰੱਖਣਾ ਸਾਡੀ ਜ਼ਿੰਮੇਵਾਰੀ, ਸਾਡੀ ਪ੍ਰਾਥਮਿਕਤਾ ਆ। ਦੇਖੋ, ਅੱਜ ਇਹਨੇ ਖੂਬਸੂਰਤ ਪਾਰਕ ਬਣ ਗਏ ਨੇ, ਸਾਫ਼ ਸਫਾਈ, ਸਿਕਿਉਰਿਟੀ ਦਾ ਮਾਹੌਲ। ਮੈਂ ਤੁਹਾਨੂੰ ਪਹਿਲਾਂ ਦੱਸਿਆ, ਪੁਰਾਤਨ ਦੇ ਵਿੱਚ ਇੱਥੇ ਪਾਣ ਦੀਆਂ ਪੀਕਾਂ ਵੱਜੀਆਂ, ਜੂਆ ਚੱਲਦਾ ਹੁੰਦਾ ਸੀਗਾ। ਜੋ ਦੁਨੀਆ ਭਰ ਦਾ ਜਵਾਰੀ ਇੱਥੇ ਇਕੱਠਾ ਹੋਇਆ ਹੁੰਦਾ ਸੀ, ਜੋ ਘਟੀਆ ਬੰਦਾ ਇੱਥੇ ਇਕੱਠਾ ਹੋਇਆ ਹੁੰਦਾ ਸੀਗਾ। ਦੇਖੋ, ਅੱਜ ਉਹ ਚੀਜ਼ਾਂ ਦੇ ਉੱਤੇ ਅੰਕੁਸ਼ ਲੱਗ ਗਿਆ ਨਾ। ਅੱਜ ਸਿਕਿਉਰਿਟੀ ਗਾਰਡ ਨੇ, ਵੀਡੀਓਲਾਈਜੇਸ਼ਨ ਚੱਲ ਰਹੀ ਹੈ, ਸਾਡੇ ਬੱਚੇ ਆਪਣਾ ਗੌਰਵਮਈ ਇਤਿਹਾਸ ਵੇਖ ਰਹੇ ਨੇ, ਏਸੀ ਲੱਗੇ ਨੇ, ਸੰਗਤ ਦੀ ਸਹੂਲਤ ਵਾਸਤੇ ਲਾਤੇ। ਇਹਨੂੰ ਤੁਸੀਂ ਛੇੜਛਾੜ ਕਹੀ ਜਾਓਗੇ? ਮਤਲਬ ਸਾਹਿਬ, ਇੱਕ ਸਵਾਲ ਹੋਰ ਪੈਦਾ ਹੁੰਦਾ। ਲੋਕ ਉਠਾਉਂਦੇ ਨੇ ਕਿ ਜਦੋਂ ਇੱਥੇ ਜਿਹੜੇ ਸ਼ਹੀਦ ਹੋਏ ਨਾ, ਉਹ ਪੰਜਾਬੀ ਸਨ। ਕੋਈ ਮੁਸਲਮਾਨ ਸੀ, ਕੋਈ ਹਿੰਦੂ ਸੀ, ਕੋਈ ਸਿੱਖ ਸੀ, ਜਿਹੜੇ ਇੱਥੋਂ ਦੇ ਬਸ਼ਿੰਦੇ ਸਨ। ਤੇ ਭਾਜਪਾ ਸਰਕਾਰ ਜਿਹੜੀ ਸਿੱਧੇ ਰੂਪ 'ਚ ਗੁਜਰਾਤ ਨੂੰ ਬਿਲੋਂਗ ਕਰਦੀ ਹੈ, ਉਹ ਨਹੀਂ ਚਾਹੁੰਦੇ ਕਿ ਪੰਜਾਬੀਆਂ ਦਾ ਇਤਿਹਾਸ ਜਿਹੜਾ ਆ ਉਹ ਗੁਜਰਾਤ ਨਾਲੋਂ ਵੱਧ ਕੇ ਅੱਗੇ ਜਾਵੇ, ਕਿਉਂਕਿ ਗੁਜਰਾਤ ਦਾ ਕੋਈ ਵੀ ਸ਼ਹੀਦ ਨਹੀਂ ਪਾਇਆ ਗਿਆ ਇਤਿਹਾਸ ਦੇ ਵਿੱਚ ਕਿ ਦੇਸ਼ ਲਈ ਉਹਨੇ ਕੁਰਬਾਨੀ ਦਿੱਤੀ ਹੋਵੇ। ਮੈਂ ਨਾ ਬਾਟ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਾਂ। ਅਸੀਂ ਪਤਾ ਕਿਹੜੀ ਕੌਮ 'ਚ ਜਨਮ ਲਿਆ? ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਵੰਸ਼ਕ ਹਾਂ, ਅਸੀਂ ਕਲਗੀਧਰ ਪਾਤਸ਼ਾਹ ਦੇ ਵੰਸ਼ਕ ਹਾਂ। ਸਾਡੀਆਂ ਕੁਰਬਾਨੀਆਂ, ਜੇ ਕੋਈ ਸੋਚੇ ਕਿ ਮੈਂ ਮਿਟਾ ਦਿਆਂਗਾ, ਇਹ ਕਿਸੇ ਦੀ ਔਕਾਤ ਨਹੀਂ ਕਿ ਸਾਡੀ ਕੋਈ ਕੁਰਬਾਨੀ ਨੂੰ ਮਿਟਾ ਸਕੇ। ਦੇਸ਼ ਦੀ ਆਜ਼ਾਦੀ ਵਾਸਤੇ ਸਾਡੀਆਂ ਕੁਰਬਾਨੀਆਂ ਨੂੰ ਕੋਈ ਮਿਟਾ ਸਕੇ, ਇਹ ਉਹਨਾਂ ਕੁਰਬਾਨੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਮਾਫੀ ਦੇਣਾ। ਅੱਜ ਤੁਸੀਂ ਸੰਗਤ ਦਾ ਪ੍ਰਵਾਹ ਦੇਖੋ ਵੀ ਕਿੰਨਾ ਆ।
ਇਹ ਸਾਡੀਆਂ ਕੁਰਬਾਨੀਆਂ ਨੂੰ ਮਿਟਾਉਣ ਵਾਸਤੇ ਨਹੀਂ ਇੱਥੇ ਲੋਕ ਆਏ, ਇਹ ਉਸ ਕੁਰਬਾਨੀਆਂ ਨੂੰ ਦੇਖਣ ਵਾਸਤੇ ਦੇਸ਼ ਦੇ ਕੋਨੇ-ਕੋਨੇ 'ਚੋਂ ਲੋਕ ਇੱਥੇ ਆਉਂਦੇ ਨੇ। ਇਹ ਸਾਡੀਆਂ ਕੁਰਬਾਨੀਆਂ ਨੂੰ ਵਧਾਵਾ ਮਿਲ ਰਿਹਾ ਵਾ, ਇਹਨੂੰ ਕੋਈ ਲੁਕਾਉਣ ਦੀ ਜਾਂ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਇਹ ਮੈਂ ਤੁਹਾਨੂੰ ਦੱਸਦਾ ਨਾ, ਇੱਕ ਏਜੰਡਾ ਇੱਕ ਉਹ ਕਾਂਗਰਸ ਦਫ਼ਤਰ 'ਚੋਂ ਨਿਕਲਦਾ ਵਾ ਰਾਹੁਲ ਗਾਂਧੀ ਦੇ ਟੇਬਲ ਤੋਂ ਵੀ ਇਹਨੂੰ ਇਸ ਤਰੀਕੇ ਨਾਲ ਪ੍ਰਚਲਿਤ ਕਰ ਦਿਓ। ਜਿਹੜੀ ਤੁਸੀਂ ਗੱਲ ਕੀਤੀ ਅੱਜ ਹਿੰਦੂ ਸਿੱਖ ਦੇ ਸਵਾਲ ਖੜੇ ਹੋਏ, ਇਹ ਕਿੰਨੇ ਸ਼ੁਰੂ ਕੀਤੇ ਹਿੰਦੂ ਸਿੱਖ ਦੇ ਸਵਾਲ? ਹਰ ਹਿੰਦੂ ਧਰਮ ਦੇ ਵਿੱਚ ਪਹਿਲੇ ਮੁੰਡੇ ਨੂੰ ਸਿੱਖ ਬਣਾਇਆ ਜਾਂਦਾ ਸੀ, ਇਹ ਸਾਡੀ ਪਰੰਪਰਾ ਸੀ ਦੇਸ਼ ਦੀ। ਇਹ ਕਾਂਗਰਸ ਦੀ ਦੇਣ, ਮਾਫੀ ਦੇਣਾ ਕੁਝ ਗੱਲਾਂ ਬੜੀਆਂ ਸਖਤ ਨੇ, ਇਹ ਐਸਾ ਕੁਝ ਨਹੀਂ ਹੈ। ਇਹ ਸਿਰਫ ਹਮੇਸ਼ਾ ਡਿਵਾਈਡ ਐਂਡ ਰੂਲ ਦੀ ਪਾਲਿਸੀ ਤੇ ਕਾਂਗਰਸ ਨੇ ਕੰਮ ਕੀਤਾ, ਇਹ ਉਹਨਾਂ ਦੀਆਂ ਹੀ ਹਰਕਤਾਂ ਨੇ। ਅੱਜ ਇਹਦਾ ਨਵੀਨੀਕਰਨ ਹੋਣ ਡਿਆ ਤੇ ਉਹਨੂੰ ਛੇੜਛਾੜ ਦਾ ਨਾਂ ਦੇ ਰਹੇ ਨੇ। ਸੋ ਮੰਜਲ ਸਾਹਿਬ, ਤੁਸੀਂ ਕਾਂਗਰਸ ਨਾਲ ਜੋੜ ਕੇ ਬਾਰ-ਬਾਰ ਗੱਲ ਕੀਤੀ ਆ, ਮੰਨ ਲੈਂਦੇ ਆ ਚਲੋ ਇਸ ਤਰ੍ਹਾਂ ਹੀ ਹੋਇਆ ਹੈਗਾ। ਤੁਸੀਂ ਭਾਜਪਾ ਨੂੰ ਰੀਪ੍ਰੈਜ਼ੈਂਟ ਕਰਦੇ ਹੋ, ਇੱਥੋਂ ਸਾਰੇ ਲੋਕ ਇੱਕ ਪਾਸੇ ਆ ਕੇ ਇਹ ਨਵੀਨੀਕਰਨ ਦਾ ਵਿਰੋਧ ਹੈ, ਤੁਸੀਂ ਇਕੱਲੇ ਕਹਿੰਦੇ ਹੋ ਕਿ ਨਹੀਂ ਬਿਲਕੁਲ ਸਹੀ ਆ। ਇਹ ਭਾਜਪਾ ਨਾਲ ਮੋਦੀ ਦੀਆਂ ਨਜ਼ਰਾਂ 'ਚ ਕੋਈ ਚੰਗਾ ਬਣਦੀ ਗਲਤ ਨਹੀਂ ਹੈ, ਕਿਤੇ ਟਿਕਟ ਲੈਣ ਦੀ ਕਾਰਵਾਈ ਤਾਂ ਨਹੀਂ? ਸਰ ਮੈਂ ਇੱਕ ਤੁਹਾਨੂੰ ਬੇਨਤੀ ਕਰਦੇ ਹਾਂ, ਇਹ ਮੇਰੇ ਇੱਥੇ ਬੈਠੇ ਖੜੋਤੇ ਨਾ ਇਕੱਲੇ ਦੇ ਬੋਲਣ ਨਾਲ ਕੋਈ ਮੈਨੂੰ ਨਾ ਉਹਨਾਂ ਨੇ ਟਿਕਟਾਂ ਦੇ ਦੇਣੀਆਂ ਤੇ ਨਾ ਮੈਂ ਉਹਨਾਂ ਦੀ ਨਿਗਾਹ 'ਚ ਚੜ੍ਹ ਦੇਣਾ। ਉਹ ਦੇਸ਼ ਦਾ ਪ੍ਰਧਾਨ ਮੰਤਰੀ ਸਟਿਲ ਉਹ ਅਮਰੀਕਾ 'ਚ ਬੈਠੇ ਨੇ, ਤੇ ਕੋਈ ਇਹ ਨਾ ਸਮਝਣਾ ਕਿ ਮੈਂ ਮੋਦੀ ਸਾਹਿਬ ਦੀ ਨਿਗਾਹ 'ਚ ਆਉਣ ਵਾਸਤੇ ਤੁਹਾਡੇ ਨਾਲ ਇਹ ਗੱਲਾਂ ਕਰਨ ਡਿਆ। ਆ ਸੰਗਤ ਖੜੀ ਆ, ਆ ਸਾਰੇ ਸਮਾਜਾਂ ਦੇ ਲੋਕ ਖੜੇ ਨੇ। ਤੁਸੀਂ ਪੁੱਛ ਕੇ ਦੇਖ ਲਓ ਕਿਸੇ ਭੈਣ ਭਰਾ ਨੂੰ ਕਿ ਉਹਨੂੰ ਇੱਥੇ ਆਣ ਕੇ ਉਹਦੀਆਂ ਨਜ਼ਰਾਂ ਨੂੰ ਇਹ ਬੁਰਾ ਲੱਗ ਰਿਹਾ, ਤੇ ਜੇ ਨਹੀਂ ਲੱਗ ਰਿਹਾ ਤੇ ਫਿਰ ਤੁਹਾਨੂੰ ਜਵਾਬ ਮਿਲ ਜਾਏਗਾ ਮੇਰੇ ਹਿਸਾਬ ਨਾਲ। ਸੋ ਬਾਹਰ ਇੱਕ ਉਹ ਲਾ ਦਿੱਤੇ ਗਏ ਨੇ, ਕਾਊਂਟਰ ਬਣਾ ਦਿੱਤੇ ਗਏ ਕਿ ਜਦੋਂ ਆਪਾਂ ਫਿਰ ਆਵਾਂਗੇ ਤੇ ਪੈਸੇ ਦੇ ਕੇ ਅੰਦਰ ਦਾਖਲ ਹੋਣਾ ਪਏਗਾ। ਸਰ ਜਿੱਦਣ ਪੈਸੇ ਦੇ ਕੇ ਆਵਾਂਗੇ ਨਾ ਆਪਾਂ ਉਦੋਂ ਗੱਲ ਕਰਾਂਗੇ। ਉਹ ਕੁਛ ਨਹੀਂ ਹੈਗਾ, ਇਹੋ ਜਿਹਾ ਕੁਛ ਨਹੀਂ ਹੋਣ ਵਾਲਾ। ਜੇ ਇਹੋ ਜਿਹਾ ਕੁਛ ਹੋਏਗਾ ਤੇ ਮੈਂ ਤੁਹਾਡੇ ਨਾਲ ਵਿਰੋਧ 'ਚ ਪਵਾਂਗਾ। ਇਹ ਕੀ ਗੱਲ ਹੋ ਗਈ? ਕੁਛ ਨਹੀਂ ਇਦਾਂ ਦਾ ਹੈਗਾ। ਇਹ ਦੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਐਂਟਰੀ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਵਾਸਤੇ ਸੰਗਤ ਬਹੁਤ ਵੱਡੀ ਮਿਕਦਾਰ ਦੇ ਵਿੱਚ ਇੱਥੇ ਆਉਂਦੀ ਆ। ਉਹਨਾਂ ਨੇ ਮਲਟੀ ਐਂਟਰੀਜ਼ ਬਣਾ ਦਿੱਤੀਆਂ ਨੇ, ਉਹ ਇੱਕ ਸਿਸਟਮੈਟਿਕਲੀ ਚਲਾਉਣ ਵਾਸਤੇ ਆ, ਨਾ ਕਿ ਕੋਈ ਸਾਡੇ ਕੋਈ ਜੰਜੂਆ ਟੈਕਸ ਨਹੀਂ ਲਾਉਣ ਲੱਗੇ ਇੱਥੇ ਕਿ ਲੋਕਾਂ ਕੋਲ ਪੈਸੇ ਲੈ ਕੇ ਉਹਨਾਂ ਦੀਆਂ ਐਂਟਰੀਆਂ ਹੋਣਗੀਆਂ। ਜੇ ਕੋਈ ਇਦਾਂ ਦਾ ਕਦਮ ਉਠਾਇਆ ਜਾਏਗਾ ਤਾਂ ਮੈਂ ਬਿਲਕੁਲ ਉਹਦਾ ਮੁਖਾਲਫਤ ਕਰਾਂਗਾ, ਤੁਹਾਡੇ ਨਾਲ ਖੜੋਵਾਂਗਾ। ਸੋ ਧੰਨਵਾਦ ਜੀ, ਬਹੁਤ ਸੋ ਦੋਸਤੋ, ਕੰਵਰਬੀਰ ਸਿੰਘ ਮੰਜਲ ਹੋਣਾ ਦਾ ਇਹ ਦਾਅਵਾ ਹੈ ਕਿ ਨਵੀਨੀਕਰਨ ਦੇ ਨਾਂ ਤੇ ਕੋਈ ਜਿਹੜੀ ਹੈ ਛੇੜਛਾੜ ਨਹੀਂ ਕੀਤੀ ਗਈ। ਸੋ ਉਹਨਾਂ ਨੇ ਉਹ ਕਾਊਂਟਰ ਜਿਹੜੇ ਉਹਨਾਂ ਬਾਰੇ ਵੀ ਗੱਲ ਕੀਤੀ ਹੈ ਕਿ ਜੇ ਇਸ ਤਰ੍ਹਾਂ ਦਾ ਕੋਈ ਮਾਹੌਲ ਬਣੇਗਾ ਤਾਂ ਉਹ ਸਭ ਤੋਂ ਪਹਿਲਾਂ ਵਿਰੋਧ ਜਤਾਉਣਗੇ। ਸੋ ਤੁਸੀਂ ਸੁਰਖਾਬ ਟੀਵੀ ਨਾਲ ਜੁੜੇ ਰਹਿਣਾ, ਅਸੀਂ ਤੁਹਾਨੂੰ ਹੋਰ ਵੀ ਅਜਿਹੀ ਜਿਹੜੀ ਵਿਚਾਰ ਚਰਚਾ ਤੁਹਾਡੇ ਰੂਬਰੂ ਕਰਦੇ ਰਹਾਂਗੇ। ਸੋ ਅੰਮ੍ਰਿਤਸਰ ਤੋਂ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਠ, ਸੁਰਖਾਬ ਰਹਿਮਤ ਟੀਵੀ ਅੰਮ੍ਰਿਤਸਰ।